Let us study about periodic table। ਤੁਹਾਨੂੰ ਪਤਾ periodic table ਕੀ ਹੈ ਕਿ ਜਿਹੜੇ ਨੇਚਰ ਦੇ ਵਿੱਚ 118 ਐਲੀਮੈਂਟਸ ਪਾਏ ਗਏ ਉਹਨਾਂ ਨੂੰ ਕਲਾਸੀਫਿਕੇਸ਼ਨ ਕਰਨ ਲਈ ਇੱਕ ਟੇਬਲ ਬਣਾਇਆ ਗਿਆ ਜਿਸ ਦਾ ਨਾਮ ਹੈ ਮਾਡਰਨ periodic ਟੇਬਲ, ਜੋ ਕਿ ਮਾਡਰਨ periodic ਲਾਅ ਦੇ ਅਨੁਸਾਰ ਹੈ। ਮਾਡਰਨ periodic ਲਾਅ ਕੀ ਹੈ? ਕਹਿੰਦਾ the properties of elements are a periodic function of their atomic numbers। ਇਹਦੇ ਅਨੁਸਾਰ ਉਹ ਕਹਿੰਦੇ ਆ ਕਿ when the elements are arranged according to increasing atomic numbers then the elements having same number of valence electrons occur at regular intervals of period। ਮੀਨਸ ਕਿ ਜਦੋਂ ਨਾ ਇਹਨਾਂ ਨੂੰ ਵੱਧਦੇ ਕ੍ਰਮ ਦੇ ਵਿੱਚ ਅਟੋਮਿਕ ਨੰਬਰ ਦੇ ਹਿਸਾਬ ਨਾਲ ਅਰੇਂਜ ਕੀਤਾ ਜਾਂਦਾ ਤੇ ਕੁਝ ਦੇਰ ਬਾਅਦ ਇਹਨਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਆ ਉਹ ਰਿਪੀਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਸ ਨੂੰ ਬੋਲਦੇ ਪੀਰੀਓਡਿਸਿਟੀ। ਫਾਰ ਐਗਜ਼ਾਮਪਲ ਇਹ ਦੇਖਿਓ, ਜਿਵੇਂ ਲਿਥੀਅਮ ਤੋਂ ਬਾਅਦ ਬੈਰੀਲੀਅਮ, ਬੋਰਾਨ, ਕਾਰਬਨ, ਨੀਓਨ ਤੱਕ, ਤੇ ਫਿਰ ਨੀਓਨ ਤੋਂ ਬਾਅਦ ਜਦੋਂ ਸੋਡੀਅਮ ਆ ਜਾਂਦਾ ਨਾ 11 12 13, ਇਹਨਾਂ ਦੀਆਂ ਪ੍ਰੋਪਰਟੀਜ਼ ਫਿਰ ਉੱਪਰ ਵਾਲੇ ਐਲੀਮੈਂਟਸ ਨਾਲ ਰਲਣੀਆਂ ਸ਼ੁਰੂ ਹੋ ਜਾਂਦੀਆਂ। ਇਹ ਜਿਵੇਂ ਦੇਖੋ ਅਟੋਮਿਕ ਨੰਬਰ ਦੇ ਹਿਸਾਬ ਨਾਲ ਇਹਨਾਂ ਦੀ ਵੈਲੈਂਸੀ ਜਿਹੜੀ ਸੇਮ ਆ ਜਾਂਦੀ ਹੈ। ਹੁਣ ਮਾਡਰਨ ਪੀਰੀਓਡਿਕ ਟੇਬਲ ਜਿਹੜਾ ਆ ਉਹਦੇ ਵਿੱਚ ਕਲਾਸੀਫਿਕੇਸ਼ਨ ਕਰਨ ਦਾ ਕੀ ਸਿਗਨੀਫੀਕੈਂਸ ਹੈਗਾ, ਇਹਦੇ ਵਿੱਚ ਇਸਨੇ ਦੱਸਿਆ ਕਿ ਇਹਦੀਆਂ ਜਿਹੜੀਆਂ ਪ੍ਰੋਪਰਟੀਜ਼ ਹੈ ਉਹ ਪੀਰੀਓਡਿਸਿਟੀ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਉੱਪਰ। ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਹਿਸਾਬ ਦੇ ਨਾਲ ਇਹ ਜਿਹੜੇ ਐਲੀਮੈਂਟਸ ਹੈ ਇਹਨਾਂ ਨੂੰ ਪੀਰੀਓਡਿਕ ਟੇਬਲ ਦੇ ਵਿੱਚ ਅਰੇਂਜ ਕੀਤਾ ਹੈ। ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਪੀਰੀਅਡਸ ਦੀ। ਪੀਰੀਅਡਸ ਕੀ ਆ? ਦਾ ਹੌਰੀਜ਼ੌਂਟਲ ਰੋਜ਼ ਆਫ ਐਲੀਮੈਂਟਸ। ਇਹ 7 ਪੀਰੀਅਡਸ ਦੇ ਵਿੱਚ ਵੰਡਿਆ ਹੋਇਆ ਮਾਡਰਨ ਪੀਰੀਓਡਿਕ ਟੇਬਲ ਨੂੰ। ਜਿਵੇਂ ਕਿ ਦੇਖੋ ਪੀਰੀਅਡ 1 2 3। ਜੇਕਰ ਅਸੀਂ ਧਿਆਨ ਨਾਲ ਦੇਖੀਏ ਤੇ ਇਹ ਜਿਹੜੇ ਪੀਰੀਅਡਸ ਦੀ ਨੇਮਿੰਗ ਹੈ ਨਾ, ਇਹਨਾਂ ਦੇ ਵਿੱਚ ਨੰਬਰ ਆਫ ਸ਼ੈਲਸ ਦੇ ਹਿਸਾਬ ਨਾਲ ਕੀਤੀ ਗਈ। ਜਿਵੇਂ ਦੇਖੋ ਫਸਟ ਪੀਰੀਅਡ ਦੇ ਵਿੱਚ 1 ਸ਼ੈਲ ਹੈ, ਸੈਕੰਡ ਪੀਰੀਅਡ ਦੇ ਵਿੱਚ 2 ਸ਼ੈਲ ਹੈ, ਥਰਡ ਪੀਰੀਅਡ ਦੇ ਵਿੱਚ 3 ਸ਼ੈਲ ਤੇ ਫੋਰਥ ਪੀਰੀਅਡ ਦੇ ਵਿੱਚ 4 ਸ਼ੈਲ। ਇਸ ਤਰ੍ਹਾਂ ਇਹਨਾਂ ਦੀ ਅਰੇਂਜਮੈਂਟ ਪੀਰੀਅਡਸ ਦੇ ਵਿੱਚ ਹੈ। ਹੁਣ ਅਸੀਂ ਗੱਲ ਕਰਦੇ ਗਰੁੱਪਸ ਦੀ। ਗਰੁੱਪਸ ਕੀ ਹੈ ਕਿ ਦਾ ਵਰਟੀਕਲ ਕਾਲਮਸ ਇਨ ਅ ਪੀਰੀਓਡਿਕ ਟੇਬਲ ਆਰ ਕਾਲਡ ਗਰੁੱਪਸ। 18 ਗਰੁੱਪਸ ਦੇ ਵਿੱਚ ਵੰਡਿਆ ਗਿਆ ਹੈ। ਗਰੁੱਪਸ ਨੂੰ ਵੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਹਿਸਾਬ ਨਾਲ ਹੀ ਵੰਡਿਆ ਹੈ। ਜੇਕਰ ਲਾਸਟ ਸ਼ੈਲ ਦੇ ਵਿੱਚ 1 ਇਲੈਕਟ੍ਰੋਨ ਹੋਵੇ ਤਾਂ ਗਰੁੱਪ 1, ਜੇ 2 ਹੋਵੇ ਤਾਂ ਗਰੁੱਪ 2, ਜੇਕਰ 3 ਹੋਵੇ ਤਾਂ 13। ਐਸਾ ਇਸ ਕਰਕੇ ਕਿਉਂਕਿ ਅਸੀਂ ਇਹਨਾਂ ਵਿੱਚੋਂ 10 ਗਰੁੱਪ ਜਿਹੜੇ ਆ ਉਹਨਾਂ ਨੂੰ ਸਕਿਪ ਕਰ ਦਿੱਤਾ। 4 ਵਾਲੇ ਦਾ 14, 5 ਵਾਲੇ ਦਾ 15, 6 ਵਾਲੇ ਦਾ 16। ਇਸੇ ਤਰ੍ਹਾਂ ਵੇਲੈਂਸ ਸ਼ੈਲ ਤੋਂ ਸਾਨੂੰ ਪਤਾ ਚੱਲ ਜਾਂਦਾ ਆ ਕਿ ਕੋਈ ਵੀ ਐਲੀਮੈਂਟ ਜਿਹੜਾ ਕਿਸ ਗਰੁੱਪ ਦੇ ਵਿੱਚ ਹੈ। ਆਓ ਅਸੀਂ ਇੱਕ ਸੈਂਪਲ ਪ੍ਰੋਬਲਮ ਲੈ ਕੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। The atom of an element has electronic configuration 287। What is the atomic number of this element? ਹੁਣ ਇਸ ਐਲੀਮੈਂਟ ਦਾ ਅਟੋਮਿਕ ਨੰਬਰ ਕੀ ਹੋਏਗਾ ਤੇ which is chemically similar। ਇਹਦੇ ਵਿੱਚ ਦੇਖੀਏ ਜੇ ਅਸੀਂ ਧਿਆਨ ਨਾਲ ਤੇ ਇਹਦੀ ਲਾਸਟ ਸ਼ੈਲ ਵਿੱਚ 7 ਇਲੈਕਟ੍ਰੋਨਸ ਹੈ, ਸ਼ੈਲਸ ਹੈਗੇ 3। ਇੱਥੋਂ ਹੁਣ ਤੁਸੀਂ ਕਾਊਂਟ ਕਰ ਸਕਦੇ ਆ ਕਿ ਇਹ ਜਿਹੜਾ ਐਲੀਮੈਂਟ ਆ ਇਹਦਾ ਅਟੋਮਿਕ ਨੰਬਰ ਕਿੰਨਾ ਹੋਵੇਗਾ ਤੇ ਕਿਸ ਗਰੁੱਪ ਦੇ ਵਿੱਚ ਹੋਏਗਾ ਤੇ ਕਿਸ ਪੀਰੀਅਡ ਦੇ ਵਿੱਚ ਹੋਏਗਾ। ਇਸ ਪ੍ਰੋਬਲਮ ਨੂੰ ਸੋਲਵ ਕਰ ਕਮੈਂਟ ਕਰਕੇ ਇਹਦਾ ਆਨਸਰ ਜ਼ਰੂਰ ਦੇਣਾ। ਗਰੁੱਪ ਦੀਆਂ ਹੋਰ ਕਿਹੜੀਆਂ ਪ੍ਰੋਪਰਟੀਜ਼ ਹੈ? All the elements of group have same number of valence electrons। ਕਿ ਗਰੁੱਪ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਹੈ ਉਹਨਾਂ ਦਾ ਵੈਲੈਂਸ ਇਲੈਕਟ੍ਰੋਨ ਸੇਮ ਹੁੰਦਾ, ਇਸ ਕਰਕੇ ਉਹਨਾਂ ਦੀ ਵੈਲੈਂਸੀ ਸੇਮ ਹੁੰਦੀ ਤੇ ਇਹਦਾ ਸਾਈਜ਼ ਜਿਹੜਾ ਗਰੁੱਪ ਦੇ ਵਿੱਚ ਇਨਕਰੀਜ਼ ਹੁੰਦਾ ਕਿਉਂਕਿ ਇਹਦੇ ਵਿੱਚ ਨੰਬਰ ਆਫ ਸ਼ੈਲਸ ਇਨਕਰੀਜ਼ ਹੁੰਦੇ ਆ। ਹੁਣ ਜੇਕਰ ਅਸੀਂ ਮੈਟੈਲਿਕ ਕਰੈਕਟਰ ਦੀ ਗੱਲ ਕਰੀਏ ਤੇ ਮੈਟੈਲਿਕ ਕਰੈਕਟਰ ਵੀ ਇਨਕਰੀਜ਼ ਹੁੰਦਾ ਕਿਉਂਕਿ ਜਿਹੜਾ ਵੈਲੈਂਸ ਇਲੈਕਟ੍ਰੋਨ ਤੇ ਜਿਹੜਾ ਨਿਊਕਲੀਅਸ ਹੈ ਉਹਦੇ ਵਿਚਲੀ ਡਿਸਟੈਂਸ ਜਿਹੜੀ ਉਹ ਵੱਧ ਜਾਂਦੀ ਹੈ। ਜਿਉਂ-ਜਿਉਂ ਅਸੀਂ ਟੌਪ ਟੂ ਬਾਟਮ ਹੇਠਾਂ ਨੂੰ ਮੂਵ ਕਰਾਂਗੇ, ਨੰਬਰ ਆਫ ਸ਼ੈਲਸ ਵਧਣ ਨਾਲ ਉਹਨਾਂ ਦੇ ਵਿਚਲੀ ਡਿਸਟੈਂਸ ਵੱਧ ਜਾਂਦੀ ਹੈ। ਇਸ ਕਰਕੇ ਇਲੈਕਟ੍ਰੋਨ ਨੂੰ ਲੂਜ਼ ਕਰਨਾ ਸੌਖਾ ਹੋ ਜਾਂਦਾ ਤੇ ਇਸ ਕਰਕੇ ਜਿਹੜਾ ਮੈਟੈਲਿਕ ਕਰੈਕਟਰ ਹੈ ਉਹ ਹੇਠਾਂ ਨੂੰ ਇਨਕਰੀਜ਼ ਹੁੰਦਾ। ਹੁਣ ਜੇਕਰ ਅਸੀਂ ਨਾਨ ਮੈਟੈਲਿਕ ਦੀ ਕਰੈਕਟਰ ਦੀ ਗੱਲ ਕਰੀਏ ਤੇ ਉਹਦੇ ਵਿੱਚ ਉਲਟ ਹੈ ਕਿਉਂਕਿ ਉਹਦੇ ਵਿੱਚ ਕੀ ਹੋਣਾ ਹੁੰਦਾ ਕਿ ਇਲੈਕਟ੍ਰੋਨ ਬਾਹਰੋਂ ਅਟਰੈਕਟ ਕਰਨਾ ਹੁੰਦਾ ਤੇ ਜਿੰਨਾ ਨਿਊਕਲੀਅਸ ਦੇ ਨੇੜੇ ਹੋਏਗਾ ਉਹ ਈਜ਼ੀਲੀ ਅਟਰੈਕਟ ਹੋ ਜਾਏਗਾ। ਇਸ ਕਰਕੇ ਨਾਨ ਮੈਟੈਲਿਕ ਕਰੈਕਟਰ ਹੈ ਉਹ ਜਦੋਂ ਅਸੀਂ ਗਰੁੱਪ ਦੇ ਵਿੱਚ ਟੌਪ ਟੂ ਬਾਟਮ ਮੂਵ ਕਰਦੇ ਹਾਂ ਤੇ ਨਾਨ ਮੈਟੈਲਿਕ ਕਰੈਕਟਰ ਜਿਹੜਾ ਆ
ਉਹ ਡਿਕਰੀਜ਼ ਹੋਏਗਾ ਕਿਉਂਕਿ ਨੰਬਰ ਆਫ ਸ਼ੈਲਸ ਇਨਕਰੀਜ਼ ਹੋਣ ਦੇ ਨਾਲ ਸਾਈਜ਼ ਵੱਧ ਜਾਏਗਾ। ਨੈਕਸਟ ਹੈਗਾ ਕੈਮੀਕਲ ਰਿਐਕਟਿਵਿਟੀ। As we move down in a group of metals, the tendency of their atoms to lose electrons increases। ਕਿਉਂਕਿ ਇਲੈਕਟ੍ਰੋਨ ਲਾਸ ਕਰਨ ਦੀ ਟੈਂਡੈਂਸੀ ਜਿਹੜੀ ਉਹ ਇਨਕਰੀਜ਼ ਹੋਏਗੀ, ਇਸ ਕਰਕੇ ਜਿਹੜੇ ਐਲੀਮੈਂਟਸ ਆ ਉਹਨਾਂ ਦੀ ਰਿਐਕਟਿਵਿਟੀ ਵੀ ਡਿਕਰੀਜ਼ ਹੋਏਗੀ। ਜਿਵੇਂ ਅਸੀਂ ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਜਿਉਂ-ਜਿਉਂ ਨੰਬਰ ਆਫ ਸ਼ੈਲਸ ਇਨਕਰੀਜ਼ ਹੋਣਗੇ ਇਹਨਾਂ ਦੀ ਰਿਐਕਟਿਵਿਟੀ ਇਨਕਰੀਜ਼ ਹੋਏਗੀ। ਰਿਐਕਟਿਵਿਟੀ ਆਫ ਨੋਨ ਮੈਟਲਸ, ਬਟ ਨੋਨ ਮੈਟਲਸ ਦੇ ਵਿੱਚ ਇਹਦੇ ਆਪੋਜ਼ਿਟ ਹੋਏਗਾ, ਉਹਦੀ ਰਿਐਕਟਿਵਿਟੀ ਡਿਕਰੀਜ਼ ਹੋਏਗੀ ਕਿਉਂਕਿ ਉਹੀ ਸੇਮ ਗੱਲ ਆ ਗਈ ਕਿ ਜਿਹੜਾ ਨਿਊਕਲੀਅਸ ਤੇ ਲਾਸਟ ਸ਼ੈੱਲ ਵਿਚਲੀ ਡਿਸਟੈਂਸ ਜਿਹੜੀ ਵਧਣ ਦੇ ਨਾਲ ਇਲੈਕਟ੍ਰੋਨ ਨੂੰ ਅਟਰੈਕਟ ਕਰਨਾ ਜਿਹੜਾ ਉਹ ਘੱਟ ਅਟਰੈਕਟ ਹੁੰਦਾ ਆ। ਇਸ ਕਰਕੇ ਫਲੋਰੀਨ ਜਿਹੜਾ ਮੋਸਟ ਰਿਐਕਟਿਵ ਹੈ, ਕਲੋਰੀਨ ਉਸ ਤੋਂ ਘੱਟ, ਬ੍ਰੋਮੀਨ ਉਸ ਤੋਂ ਘੱਟ, ਤੇ ਜਿਉਂ-ਜਿਉਂ ਅਸੀਂ ਹੇਠਾਂ ਨੂੰ ਜਾਂਦੇ ਹੋ ਲੀਸਟ ਰਿਐਕਟਿਵ ਹੋ ਜਾਂਦੇ ਆ। ਹੁਣ ਅਸੀਂ ਗੱਲ ਕਰਦੇ ਹਾਂ ਪੀਰੀਅਡਸ ਦੇ ਵਿੱਚ ਕਰੈਕਟਰਸ ਦੀ। ਵੇਲੈਂਸ ਇਲੈਕਟ੍ਰੋਨਸ ਇਨਕਰੀਜ਼ਸ ਐਜ਼ ਵੀ ਮੂਵ ਫਰੋਮ ਲੈਫਟ ਟੂ ਰਾਈਟ। ਹੁਣ ਜਦੋਂ ਅਸੀਂ ਲੈਫਟ ਟੂ ਰਾਈਟ ਮੂਵ ਕਰਦੇ ਹਾਂ ਤੇ ਵੈਲੈਂਸੀ ਜਿਹੜੀ ਉਹ ਇਨਕਰੀਜ਼ ਹੁੰਦੀ ਹੈ। ਇਸ ਕਰਕੇ ਮੈਟੈਲਿਕ ਕਰੈਕਟਰ ਡਿਕਰੀਜ਼ਸ ਕਿਉਂਕਿ ਜਿਹੜੇ ਇਲੈਕਟ੍ਰੋਨਸ ਹੈ ਉਹ ਲਾਸਟ ਸ਼ੈੱਲ ਦੇ ਵਿੱਚ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ, ਇਸ ਕਰਕੇ ਇਲੈਕਟ੍ਰੋਨ ਲਾਸ ਕਰਨਾ ਔਖਾ ਹੁੰਦਾ ਆ। ਇਸੇ ਕਰਕੇ ਸੋਡੀਅਮ ਜਿਹੜਾ ਉਹ ਜ਼ਿਆਦਾ ਰਿਐਕਟਿਵ ਹੈ ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕੌਨ ਨਾਲੋਂ, ਤੇ ਜਿਉਂ-ਜਿਉਂ ਅਸੀਂ ਰਾਈਟ ਵਾਲੇ ਪਾਸੇ ਨੂੰ ਜਾਂਦੇ ਹਾਂ ਮੈਟੈਲਿਕ ਕਰੈਕਟਰ ਜਿਹੜਾ ਉਹ ਚੇਂਜ ਹੋਈ ਜਾਂਦਾ, ਡਿਕਰੀਜ਼ ਹੋਈ ਜਾਂਦਾ। ਜੇਕਰ ਅਸੀਂ ਐਟੋਮਿਕ ਸਾਈਜ਼ ਦੀ ਗੱਲ ਕਰੀਏ ਤੇ ਐਟੋਮਿਕ ਸਾਈਜ਼ ਵੀ ਡਿਕਰੀਜ਼ ਹੁੰਦਾ ਕਿਉਂਕਿ ਲਾਸਟ ਸ਼ੈੱਲ ਤੇ ਨਿਊਕਲੀਅਸ ਦੇ ਵਿੱਚ ਜਿਹੜੀ ਅਟਰੈਕਸ਼ਨ ਹੈ ਉਹ ਵੱਧ ਜਾਂਦੀ ਹੈ ਤੇ ਵਧਣ ਦੇ ਨਾਲ ਉਹਦਾ ਸਾਈਜ਼ ਜਿਹੜਾ ਉਹ ਸ਼ਰਿੰਕ ਹੋ ਜਾਂਦਾ। ਐਸੇ ਕਰਕੇ ਜਿਹੜੇ ਜਦੋਂ ਅਸੀਂ ਪੀਰੀਅਡ ਦੇ ਵਿੱਚ ਲੈਫਟ ਟੂ ਰਾਈਟ ਮੂਵ ਕਰਦੇ ਹਾਂ ਤੇ ਕਿਉਂਕਿ ਜਿਹੜੇ ਵੇਲੈਂਸ ਸ਼ੈੱਲ ਹੈ ਉਹਦੇ ਵਿੱਚ ਇਲੈਕਟ੍ਰੋਨਸ ਦੀ ਗਿਣਤੀ ਵਧਣ ਦੇ ਉਹ ਲਾਸਟ ਸ਼ੈੱਲ ਤੇ ਨਿਊਕਲੀਅਸ ਦੇ ਵਿੱਚ ਅਟਰੈਕਸ਼ਨ ਵੱਧ, ਇਸ ਕਰਕੇ ਸਾਈਜ਼ ਜਿਹੜਾ ਉਹ ਡਿਕਰੀਜ਼ ਹੋ ਜਾਂਦਾ। ਕੈਮੀਕਲ ਰਿਐਕਟਿਵਿਟੀ ਦੀ ਜੇ ਅਸੀਂ ਗੱਲ ਕਰੀਏ ਤੇ ਐਜ਼ ਵੀ ਮੂਵ ਫਰੋਮ ਲੈਫਟ ਟੂ ਰਾਈਟ ਰਿਐਕਟਿਵਿਟੀ ਡਿਕਰੀਜ਼ਸ ਕਿਉਂਕਿ ਨੰਬਰ ਆਫ ਵੇਲੈਂਸ ਇਲੈਕਟ੍ਰੋਨਸ ਜਿਹੜੇ ਉਹ ਇਨਕਰੀਜ਼ ਹੁੰਦੇ ਆ। ਆਓ ਅਸੀਂ ਕੁਝ ਮੈਰਿਟਸ ਦੇਖੀਏ ਮਾਡਰਨ ਪੀਰੀਓਡਿਕ ਟੇਬਲ ਦੀਆਂ। ਮਾਡਰਨ ਪੀਰੀਓਡਿਕ ਟੇਬਲ ਐਟੋਮਿਕ ਨੰਬਰ ਤੇ ਬੇਸਡ ਹੈ। ਦੂਸਰੀ ਗੱਲ, ਦਾ ਐਲੀਮੈਂਟਸ ਆਫ ਸਿਮਿਲਰ ਪ੍ਰੋਪਰਟੀਜ਼ ਜਿਹੜੇ ਆ ਉਹਨਾਂ ਨੂੰ ਸੇਮ ਗਰੁੱਪ ਦੇ ਵਿੱਚ ਰੱਖਿਆ ਗਿਆ ਤੇ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਆ ਕਿ ਪੀਰੀਓਡਿਸਿਟੀ ਕਿਉਂ ਹੈ, ਐਲੀਮੈਂਟਸ ਜਿਹੜੇ ਆ ਉਹਨਾਂ ਦੇ ਕਰੈਕਟਰਸ ਜਿਹੜੇ ਆ ਉਹ ਰਿਪੀਟ ਕਿਉਂ ਹੁੰਦੇ ਆ। ਇਸ ਕਰਕੇ ਮਾਡਰਨ ਪੀਰੀਓਡਿਕ ਟੇਬਲ ਜਿਹੜਾ ਉਹ ਪਹਿਲੇ ਪੀਰੀਓਡਿਕ ਟੇਬਲਸ ਨਾਲੋਂ ਬਹੁਤ ਬੈਟਰ ਹੈ। ਥੈਂਕਸ।